ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਦੋਸਤੋ, ਅੱਜ ਦੀ ਵੀਡੀਓ ਵਿੱਚ ਇੱਕ ਬਹੁਤ ਜ਼ਰੂਰੀ ਗੱਲ ਕਰਾਂਗੇ। ਜੇ ਬੱਕਰੀ ਦਾ ਪੇਟ ਖਾਲੀ ਹੋਵੇ ਤੇ ਫਾਰਮ ਵੀ ਖਾਲੀ ਹੋ ਜਾਂਦਾ ਹੈ। ਇਹ ਸਿਰਫ ਇੱਕ ਗੱਲ ਨਹੀਂ ਬਲਕਿ ਬੱਕਰੀ ਫਾਰਮਿੰਗ ਦੀ ਸਭ ਤੋਂ ਵੱਡੀ ਹਕੀਕਤ ਹੈ। ਜ਼ਿਆਦਾਤਰ ਜਿਹੜੇ ਲੋਕ ਬੱਕਰੀ ਫਾਰਮਿੰਗ ਵਿੱਚ ਨਾਕਾਮ ਹੁੰਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਉਹ ਬੱਕਰੀ ਦੀ ਖੁਰਾਕ ਉੱਤੇ ਪੂਰਾ ਧਿਆਨ ਨਹੀਂ ਦਿੰਦੇ। ਜੇ ਬੱਕਰੀ ਦਾ ਪੇਟ ਨਹੀਂ ਭਰਦਾ ਤੇ ਉਹ ਨਾ ਚੰਗਾ ਵੱਧਦੀ ਏ, ਨਾ ਸਿਹਤਮੰਦ ਰਹਿੰਦੀ ਏ ਤੇ ਨਾ ਹੀ ਚੰਗਾ ਰਿਜ਼ਲਟ ਦਿੰਦੀ ਹੈ। ਆਖਿਰਕਾਰ ਫਾਰਮ ਦਾ ਖਰਚਾ ਵੱਧਦਾ ਰਹਿੰਦਾ ਹੈ ਤੇ ਮੁਨਾਫਾ ਘਟ ਜਾਂਦਾ ਹੈ। ਤੁਸੀਂ ਇੱਕ ਗੱਲ ਨੋਟ ਕੀਤੀ ਹੋਏਗੀ, ਜਿਹੜੇ ਬੰਦੇ ਸਾਲਾਂ ਤੋਂ ਬੱਕਰੀਆਂ ਪਾਲ ਰਹੇ ਨੇ ਉਹ ਅੱਜ ਵੀ ਕਾਮਯਾਬੀ ਦੇ ਨਾਲ ਕੰਮ ਕਰ ਰਹੇ ਨੇ। ਉਹਦੀ ਵੱਡੀ ਵਜ੍ਹਾ ਇਹੀ ਆ ਕਿ ਉਹ ਬੱਕਰੀਆਂ ਨੂੰ ਚਰਾ ਕੇ ਪਾਲਦੇ ਨੇ। ਚਰਾਈ ਦਾ ਕੋਈ ਖਾਸ ਖਰਚਾ ਨਹੀਂ ਹੁੰਦਾ, ਸਿਰਫ ਆਪਣੀ ਮਿਹਨਤ ਲੱਗਦੀ ਹੈ। ਇਸ ਕਰਕੇ ਉਹਨਾਂ ਦੇ ਅਖਰਾਜਾਤ ਕਾਫੀ ਘਟ ਜਾਂਦੇ ਨੇ। ਪਰ ਜਦੋਂ ਅਸੀਂ ਫਾਰਮ ਦੇ ਅੰਦਰ ਬੱਕਰੀਆਂ ਰੱਖਦੇ ਹਾਂ ਤਾਂ ਸਾਰਾ ਖਰਚਾ ਸਾਡੇ ਉੱਤੇ ਆ ਜਾਂਦਾ ਹੈ। ਚਾਰਾ, ਦਾਣਾ, ਬੂਸਾ ਅਤੇ ਬਾਕੀ ਸਾਰੀ ਖੁਰਾਕ ਖਰੀਦਣੀ ਪੈਂਦੀ ਹੈ। ਜੇ ਖੁਰਾਕ ਦੀ ਸਹੀ ਪਲਾਨਿੰਗ ਨਾ ਹੋਵੇ ਤਾਂ ਰੋਜ਼ ਦਾ ਖਰਚਾ ਵੱਧਦਾ ਰਹਿੰਦਾ ਹੈ। ਫਿਰ ਬੰਦਾ ਸੋਚਦਾ ਹੈ ਕਿ ਯਾਰ ਇੰਨਾ ਖਰਚਾ ਹੋ ਰਿਹਾ ਪਰ ਮੁਨਾਫਾ ਕਿੱਥੇ। ਇਹ ਸੋਚ ਕੇ ਬਹੁਤ ਸਾਰੇ ਲੋਕ ਮਾਯੂਸ ਹੋ ਜਾਂਦੇ ਨੇ ਅਤੇ ਆਖਿਰਕਾਰ ਆਪਣਾ ਫਾਰਮ ਬੰਦ ਕਰ ਦਿੰਦੇ ਨੇ। ਦੋਸਤੋ, ਬੱਕਰੀ ਫਾਰਮਿੰਗ ਦੇ ਵਿੱਚ ਕਾਮਯਾਬੀ ਦਾ ਸਭ ਤੋਂ ਵੱਡਾ ਰਾਜ਼ ਬੱਕਰੀ ਦੀ ਖੁਰਾਕ ਹੈ। ਜੇ ਤੁਸੀਂ ਘੱਟ ਖਰਚੇ ਵਿੱਚ ਮਿਆਰੀ ਅਤੇ ਮੁਤਵਾਜ਼ਨ ਖੁਰਾਕ ਦਾ ਇੰਤਜ਼ਾਮ ਕਰ ਲੋਗੇ ਤੇ ਯਕੀਨ ਕਰੋ ਬੱਕਰੀ ਵੀ ਖੁਸ਼ ਰਹੇਗੀ, ਸਿਹਤਮੰਦ ਰਹੇਗੀ ਤੇ ਫਾਰਮ ਵੀ ਮੁਨਾਫੇ ਦੇ ਵਿੱਚ ਜਾਏਗਾ। ਯਾਦ ਰੱਖੋ, ਬੱਕਰੀ ਦਾ ਪੇਟ ਭਰੇਗਾ ਤੇ ਫਾਰਮ ਵੀ ਭਰੇਗਾ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਖਰਚਾ ਘੱਟ ਕਿਵੇਂ ਕਰੀਏ। ਦੋਸਤੋ, ਸਭ ਤੋਂ ਪਹਿਲਾਂ ਇਹ ਸਮਝੋ ਕਿ ਫਾਰਮ ਸ਼ੁਰੂ ਕਰਨਾ ਆਸਾਨ ਹੈ, ਪਰ ਫਾਰਮ ਨੂੰ ਮੁਨਾਫੇ ਦੇ ਵਿੱਚ ਲੈ ਕੇ ਆਉਣਾ ਅਕਲ, ਸਬਰ ਤੇ ਸਹੀ ਪਲਾਨਿੰਗ ਮੰਗਦਾ ਹੈ। ਬਹੁਤ ਸਾਰੇ ਲੋਕ ਮਹਿੰਗਾ ਦਾਣਾ ਖਰੀਦ ਕੇ ਬੱਕਰੀਆਂ ਨੂੰ ਪਾ ਦਿੰਦੇ ਨੇ, ਪਰ ਉਹ ਇਹ ਨਹੀਂ ਵੇਖਦੇ ਕਿ ਬੱਕਰੀ ਨੂੰ ਅਸਲ ਵਿੱਚ ਜ਼ਰੂਰਤ ਕਿੰਨੀ ਹੈ। ਜੇ ਤੁਸੀਂ ਆਪਣੇ ਇਲਾਕੇ ਦੇ ਸਸਤੇ ਚਾਰੇ, ਫਸਲ ਦੇ ਬਚੇ ਹੋਏ ਅਜਜ਼ਾ ਅਤੇ ਘਰ ਦੇ ਵਿੱਚ ਤਿਆਰ ਕੀਤੀ ਹੋਈ ਮੁਤਵਾਜ਼ਨ ਖੁਰਾਕ ਇਸਤੇਮਾਲ ਕਰੋ ਤੇ ਖੁਰਾਕ ਦਾ ਖਰਚਾ ਕਾਫੀ ਹੱਦ ਤੱਕ ਘਟ ਸਕਦਾ ਹੈ। ਇੱਕ ਹੋਰ ਗੱਲ ਯਾਦ ਰੱਖੋ, ਬੱਕਰੀ ਫਾਰਮਿੰਗ ਕੋਈ ਇਹੋ ਜਿਹਾ ਕਾਰੋਬਾਰ ਨਹੀਂ ਜਿੱਥੇ ਅੱਜ ਪੈਸੇ ਲਾਓ ਤੇ ਕੱਲ੍ਹ ਨਫਾ ਮਿਲ ਜਾਵੇ। ਇਹ ਸਬਰ ਵਾਲਾ ਕਾਰੋਬਾਰ ਹੈ। ਜਿਹੜਾ ਬੰਦਾ 1, 2 ਜਾਂ 3 ਸਾਲ ਮੁਸ਼ਤਕਿਲ ਮਿਹਨਤ ਕਰਦਾ ਹੈ ਉਹੀ ਅੱਗੇ ਜਾ ਕੇ ਚੰਗਾ ਮੁਨਾਫਾ ਕਮਾਉਂਦਾ ਹੈ। ਮੈਂ ਕਈ ਇਸ ਤਰ੍ਹਾਂ ਦੇ ਫਾਰਮਰ ਵੇਖੇ ਨੇ ਜਿਹੜੇ ਸ਼ੁਰੂ ਦੇ ਵਿੱਚ ਕਹਿੰਦੇ ਸਨ ਕਿ ਇਹ ਕੰਮ ਸਾਡੇ ਕੋਲੋਂ ਨਹੀਂ ਹੋਣਾ, ਪਰ ਜਦੋਂ ਉਹਨਾਂ ਨੇ ਖੁਰਾਕ ਉੱਤੇ ਤਵੱਜੋ ਦਿੱਤੀ, ਫਜ਼ੂਲ ਖਰਚੇ ਬੰਦ ਕੀਤੇ ਤੇ ਆਪਣੇ ਜਾਨਵਰਾਂ ਦੀ ਸਹੀ ਦੇਖਭਾਲ ਸ਼ੁਰੂ ਕੀਤੀ, ਉਹੀ ਫਾਰਮ ਬਾਅਦ ਦੇ ਵਿੱਚ ਉਹਨਾਂ ਦੀ ਆਮਦਨ ਦਾ ਸਭ ਤੋਂ ਵੱਡਾ ਜ਼ਰੀਆ ਬਣ ਗਿਆ। ਦੋਸਤੋ, ਬੱਕਰੀ ਤੁਹਾਨੂੰ ਬੋਲ ਕੇ ਨਹੀਂ ਦੱਸੇਗੀ ਕਿ ਮੈਨੂੰ ਭੁੱਖ ਲੱਗੀ ਆ, ਪਰ ਉਹਦੇ ਜਿਸਮ ਤੋਂ ਸਭ ਕੁਝ ਪਤਾ ਲੱਗ ਜਾਂਦਾ ਹੈ। ਜੇ ਵਜ਼ਨ ਨਹੀਂ ਵੱਧ ਰਿਹਾ, ਬਾਲ ਖਰਾਬ ਨੇ, ਜਾਨਵਰ ਕਮਜ਼ੋਰ ਹੈ ਜਾਂ ਬਾਰ-ਬਾਰ ਬਿਮਾਰ ਹੁੰਦਾ ਹੈ ਤਾਂ ਸਮਝ ਲਓ ਖੁਰਾਕ ਵਿੱਚ ਜ਼ਰੂਰ ਕੋਈ ਕਮੀ ਹੈ। ਇਸ ਕਰਕੇ ਹਮੇਸ਼ਾ ਯਾਦ ਰੱਖੋ, ਖੁਰਾਕ ਖਰਚਾ ਨਹੀਂ, ਸਰਮਾਇਆਕਾਰੀ ਹੈ। ਜੇ ਅੱਜ ਤੁਸੀਂ ਬੱਕਰੀ ਦੀ ਸਹੀ ਖੁਰਾਕ ਉੱਤੇ ਤਵੱਜੋ ਦਿਓਗੇ ਤੇ ਕੱਲ੍ਹ ਉਹੀ ਬੱਕਰੀ ਸਿਹਤਮੰਦ ਬੱਚੇ ਦੇਵੇਗੀ, ਚੰਗਾ ਵਜ਼ਨ ਬਣਾਵੇਗੀ, ਤੁਹਾਡੇ ਫਾਰਮ ਨੂੰ ਮੁਨਾਫਾ ਦੇਵੇਗੀ। ਇਸ ਲਈ ਮੇਰੀ ਸਾਰੇ ਨਵੇਂ ਫਾਰਮਰ ਨੂੰ ਗੁਜ਼ਾਰਿਸ਼ ਹੈ ਕਿ ਜਲਦਬਾਜ਼ੀ ਨਾ ਕਰੋ, ਸਬਰ ਨਾਲ ਕੰਮ ਕਰੋ, ਹਰ ਰੋਜ਼ ਕੁਝ ਨਵਾਂ ਸਿੱਖੋ ਤੇ ਸਭ ਤੋਂ ਵੱਡਾ ਧਿਆਨ ਆਪਣੀ ਬੱਕਰੀ ਦੀ ਖੁਰਾਕ ਉੱਤੇ ਰੱਖੋ। ਯਾਦ ਰੱਖੋ, ਜਿੰਨਾ ਬੱਕਰੀ ਦਾ ਪੇਟ ਭਰੇਗਾ ਓਨਾ ਹੀ ਫਾਰਮਰ ਦਾ ਬਟੂਆ ਭਰੇਗਾ। ਦੋਸਤੋ, ਜੇ ਸਾਡੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਹੈ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾ ਹਾਫਿਜ਼।